ਹੈਲੋ ਫਰੈਂਡਸ, ਸਾਡੇ ਇਸ YouTube ਚੈਨਲ ਦੀ ਸਟੱਡੀ ਮੀਟਰ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਪੋਸਟਾਂ ਦੀ ਭਰਤੀ ਲਈ ਐਗਜ਼ਾਮ ਹੋਣ ਜਾ ਰਿਹਾ ਹੈ। ਤਾਂ ਇਸ ਐਗਜ਼ਾਮ ਲਈ ਜੋ ਐਗਰੀਕਲਚਰ ਦੀਆਂ ਵੀਡੀਓਜ਼ ਦੀ ਸੀਰੀਜ਼ ਆਪਾਂ ਸਟਾਰਟ ਕੀਤੀ ਸੀ, ਅੱਜ ਆਪਾਂ ਉਸਦਾ ਸੈਕਿੰਡ ਪਾਰਟ ਕਰਾਂਗੇ। ਫਸਟ ਪਾਰਟ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਜੇਕਰ ਤੁਸੀਂ ਹੁਣ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦੇਖ ਸਕਦੇ ਹੋ ਅਤੇ ਉਸ 'ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਪਟਵਾਰੀ ਤੇ ਜ਼ਿਲ੍ਹੇਦਾਰ ਲਈ ਜੋ ਐਗਜ਼ਾਮ ਹੋਏਗਾ ਉਸਦੇ ਵਿੱਚ 10 ਮਾਰਕਸ ਦਾ ਐਗਰੀਕਲਚਰ ਦਾ ਪੋਰਸ਼ਨ ਹੋਏਗਾ। ਤਾਂ ਐਗਰੀਕਲਚਰ ਦੀਆਂ ਵੀਡੀਓਜ਼ ਦੀ ਸੀਰੀਜ਼ ਜੋ ਆਪਾਂ ਸਟਾਰਟ ਕੀਤੀ ਹੋਈ ਹੈ ਉਹ 10 ਮਾਰਕਸ ਦਾ ਪੋਰਸ਼ਨ ਕਵਰ ਕਰਨ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਇਸ ਐਗਜ਼ਾਮ ਦੇ ਲਈ ਮੈਂਟਲ ਐਬਿਲਿਟੀ ਅਤੇ ਕੁਆਂਟੀਟਿਵ ਐਬਿਲਿਟੀ ਦੀਆਂ ਵੀਡੀਓਜ਼ ਦੀ ਸੀਰੀਜ਼ ਆਪਾਂ ਆਲਰੇਡੀ ਸਟਾਰਟ ਕੀਤੀ ਹੋਈ ਹੈ। ਜੇਕਰ ਤੁਸੀਂ ਹੁਣ ਤੱਕ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਵੀਡੀਓਜ਼ ਦੀ ਪਲੇਲਿਸਟ ਦਾ ਲਿੰਕ ਦੇਖ ਸਕਦੇ ਹੋ ਅਤੇ ਉਸ 'ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਇਹ ਵੀਡੀਓ। ਫਸਟ ਕੁਐਸਚਨ ਹੈ, ਸੈਰੀਕਲਚਰ ਇਜ਼ ਰਿਲੇਟਿਡ ਵਿਦ। ਸੈਰੀਕਲਚਰ ਕਿਹਦੇ ਨਾਲ ਰਿਲੇਟਿਡ ਹੈ? ਤਾਂ ਸੈਰੀਕਲਚਰ ਕਹਿੰਦੇ ਆ ਸਿਲਕ ਦੀ ਖੇਤੀ ਨੂੰ। ਤਾਂ ਸੈਰੀਕਲਚਰ ਕਿਹਦੇ ਨਾਲ ਰਿਲੇਟਿਡ ਹੈ? ਸਿਲਕ ਨਾਲ। ਤਾਂ ਇਸ ਦਾ ਆਨਸਰ ਆਏਗਾ ਬੀ ਆਪਸ਼ਨ, ਸਿਲਕ। ਉਸੇ ਤਰ੍ਹਾਂ ਸਿਲਵੀਕਲਚਰ ਰਿਲੇਟਿਡ ਹੈ ਫੋਰੈਸਟ ਨਾਲ। ਸਿਲਵੀਕਲਚਰ ਵਾਲਾ ਕੁਐਸਚਨ ਪਿਛਲੇ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਕਿ ਸਿਲਵੀਕਲਚਰ ਕਿਹਦੇ ਨਾਲ ਰਿਲੇਟਿਡ ਹੈ? ਤਾਂ ਸਿਲਵੀਕਲਚਰ ਰਿਲੇਟਿਡ ਹੈ ਫੋਰੈਸਟ ਨਾਲ। ਸਿਲਵੀਕਲਚਰ ਤੇ ਸੈਰੀਕਲਚਰ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਸੈਰੀਕਲਚਰ ਕਹਿੰਦੇ ਆ ਸਿਲਕ ਦੀ ਖੇਤੀ ਨੂੰ ਤੇ ਸਿਲਵੀਕਲਚਰ ਕਹਿੰਦੇ ਆ ਗਰੋਇੰਗ ਐਂਡ ਕਲਟੀਵੇਸ਼ਨ ਆਫ ਟਰੀਜ਼ ਨੂੰ, ਮਤਲਬ ਫੋਰੈਸਟ ਨਾਲ ਰਿਲੇਟਿਡ ਹੋ ਗਿਆ। ਨੈਕਸਟ ਹੈ ਸੋਇਲ। ਪੈਡੋਲੋਜੀ ਰਿਲੇਟਿਡ ਹੈ ਸੋਇਲ ਨਾਲ। ਤੇ ਨੈਕਸਟ ਹੈ ਇਨਸੈਕਟਸ। ਐਂਟੋਮੋਲੋਜੀ ਰਿਲੇਟਿਡ ਹੈ ਇਨਸੈਕਟਸ ਨਾਲ। ਠੀਕ ਹੈ, ਤਾਂ ਸੈਰੀਕਲਚਰ ਪੁੱਛਿਆ ਸੀ ਇਹਦੇ ਵਿੱਚ, ਸੈਰੀਕਲਚਰ ਰਿਲੇਟਿਡ ਹੈ ਸਿਲਕ ਨਾਲ। ਤਾਂ ਇਸ ਆਨਸਰ ਆਏਗਾ ਬੀ ਆਪਸ਼ਨ, ਸਿਲਕ। ਨੈਕਸਟ ਹੈ ਨਬਾਰਡ ਹੈਡਕੁਆਟਰਸ ਇਨ। ਨਬਾਰਡ ਦੇ ਹੈਡਕੁਆਟਰ ਕਿੱਥੇ ਹੈ? ਨਬਾਰਡ ਦੇ ਹੈਡਕੁਆਟਰ ਹੈ ਮੁੰਬਈ ਦੇ ਵਿੱਚ। ਤਾਂ ਇਸ ਦਾ ਆਨਸਰ ਆਏਗਾ ਬੀ ਆਪਸ਼ਨ, ਮੁੰਬਈ। ਤਾਂ ਹੁਣ ਆਪਾਂ ਨਬਾਰਡ ਦੇ ਬਾਰੇ ਕੁਝ ਹੋਰ ਇਨਫੋਰਮੇਸ਼ਨ ਦੇਖ ਲੈਂਦੇ ਹਾਂ। ਦੇਖੋ ਕੀ ਹੈ ਨਬਾਰਡ। ਨਬਾਰਡ ਦੀ ਫੁੱਲ ਫਾਰਮ ਕੀ ਹੈ? ਨਬਾਰਡ ਦੀ ਫੁੱਲ ਫਾਰਮ ਹੈ ਨੈਸ਼ਨਲ ਬੈਂਕ ਫॉर एग्रीकल्चर एंड रूरल डेवलपमेंट। ठीक है, ये होगी नबार्ड दी फुल फॉर्म। नैक्सट देखो इसकी एस्टैबलिशमेंट कदों हुई सी नबार्ड दी। नबार्ड दी एस्टैबलिशमेंट हुई सी 12 जुलाई 1982 ਨੂੰ। कई बार एग्जाम ਦੇ ਵਿੱਚ ਇਹ ਪੁੱਛ ਲੈਂਦੇ ਆ ਕਿ ਜੋ ਨਬਾਰਡ ਹੈ ਉਹ ਕਿਹੜੇ 5 ਈਅਰ ਪਲਾਨ ਦੇ ਅੰਡਰ ਇਸ ਦੀ ਐਸਟੈਬਲਿਸ਼ਮੈਂਟ ਹੋਈ ਸੀ? ਤਾਂ ਉਹ ਸੀ 6 5 ਈਅਰ ਪਲਾਨ। ਕੀ ਸੀ ਇਹਦਾ ਟਾਈਮ ਪੀਰੀਅਡ? 1980 ਤੋਂ 1985। ਠੀਕ ਹੈ, ਹੁਣ ਜੇ ਆਪਾਂ ਨਬਾਰਡ ਦੇ ਚੇਅਰਮੈਨ ਦੀ ਗੱਲ ਕਰੀਏ, ਇਸ ਟਾਈਮ ਤੇ ਨਬਾਰਡ ਦਾ ਚੇਅਰਮੈਨ ਕੌਣ ਹੈ? ਡਾਕਟਰ G.R. ਚਿੰਟਾਲਾ। ਤੇ ਜੇ ਆਪਾਂ ਨਬਾਰਡ ਦੇ ਫਾਊਂਡਰ ਦੀ ਗੱਲ ਕਰੀਏ ਤਾਂ ਕਿਹਨੇ ਫਾਊਂਡ ਕੀਤੀ ਸੀ ਨਬਾਰਡ? ਇਹ ਕੀਤੀ ਸੀ B. ਸਿਵਾਰਮਨ ਨੇ। ਠੀਕ ਹੈ, ਤਾਂ ਤੁਹਾਡੇ ਹੁਣ ਨਬਾਰਡ ਦੇ ਰਿਲੇਟਿਡ ਇੰਨੇ ਸਾਰੇ ਕੁਐਸਚਨਸ ਕਵਰ ਹੋ ਗਏ ਹੈ। ਠੀਕ ਹੈ, ਤਾਂ ਨਬਾਰਡ ਦੇ ਹੈਡਕੁਆਟਰ ਕਿੱਥੇ ਹੈ? ਨਬਾਰਡ ਦੇ ਹੈਡਕੁਆਟਰ ਹੈ ਮੁੰਬਈ ਦੇ ਵਿੱਚ, ਜੋ ਕਿ ਹੈ B ਆਪਸ਼ਨ। ਨੈਕਸਟ ਹੈ ਫਸਟ ਐਗਰੀਕਲਚਰ ਯੂਨੀਵਰਸਿਟੀ ਐਸਟੈਬਲਿਸ਼ ਇਨ ਇੰਡੀਆ। ਪਹਿਲੀ ਐਗਰੀਕਲਚਰ ਯੂਨੀਵਰਸਿਟੀ ਐਸਟੈਬਲਿਸ਼ ਕਿਹੜੀ ਹੋਈ ਸੀ ਇੰਡੀਆ ਦੇ ਵਿੱਚ? ਤਾਂ ਦੇਖੋ ਫਸਟ ਐਗਰੀਕਲਚਰ ਯੂਨੀਵਰਸਿਟੀ ਐਸਟੈਬਲਿਸ਼ ਹੋਈ ਸੀ ਇੰਡੀਆ ਦੇ ਵਿੱਚ J.B. ਪੰਤ ਯੂਨੀਵਰਸਿਟੀ ਆਫ ਐਗਰੀਕਲਚਰ, ਜੋ ਕਿ ਹੈ C ਆਪਸ਼ਨ। ਹੁਣ ਦੇਖੋ ਜਿਹੜੀ J.B. ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਸੀ, ਇਹ ਕਿਹਨੇ ਇਸ ਦਾ ਉਦਘਾਟਨ ਕਿਸਨੇ ਕੀਤਾ ਸੀ? ਇਸ ਦਾ ਉਦਘਾਟਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ। ਠੀਕ ਹੈ, ਕਦੋਂ ਕੀਤਾ ਸੀ? ਔਨ 17th of November
1960 1960 ਦੇ ਵਿੱਚ 17 ਨਵੰਬਰ 1960 ਦੇ ਵਿੱਚ ਇਸ ਦਾ ਉਦਘਾਟਨ ਕੀਤਾ ਸੀ। ਠੀਕ ਹੈ, ਉਸ ਟਾਈਮ ਤੇ ਇਸ ਦਾ ਨਾਮ ਕੀ ਸੀ? ਉਸ ਟਾਈਮ ਤੇ ਇਸ ਦਾ ਨਾਮ ਸੀ उत्तर प्रदेश एग्रीकल्चर यूनिवर्सिटी। ठीक है, मतलब आप हुण नाम तो ही पता लग रहा है कि यह उत्तर प्रदेश दे विच सी। तो उस तो बाद 1960 ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਤੇ ਉਸ ਦਾ ਨਾਮ ਸੀ ਉਸ ਟਾਈਮ ਤੇ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ। ਤਾਂ 1972 ਦੇ ਵਿੱਚ ਕੀ ਕੀਤਾ? ਇਸ ਦਾ ਨਾਮ ਚੇਂਜ ਕਰ ਦਿੱਤਾ ਗਿਆ, ਨੇਮ ਚੇਂਜ। ਕੀ ਨਾਮ ਕਰ ਦਿੱਤਾ ਗਿਆ? GB ਪੰਤ ਯੂਨੀਵਰਸਿਟੀ ਆਫ ਐਗਰੀਕਲਚਰ। ਠੀਕ ਹੈ, ਹੁਣ GB ਪੰਤ ਬਾਰੇ ਜੇ ਆਪਾਂ ਦੇਖੀਏ ਤਾਂ GB ਪੰਤ ਕੌਣ ਸੀ? GB ਪੰਤ ਸੀ ਇੰਡੀਅਨ ਫਰੀडम फाइटर ਸੀਗੇ ਤੇ उत्तर प्रदेश के फस्ट CM सी। ठीक है, यह इंडिया के फ्रीडम फाइटर भी सी ते उत्तर प्रदेश के फस्ट CM सी। बट जे हुण दी आपां गल करिए तो देखो उत्तर प्रदेश तुहानूं पता ही है कि उत्तर प्रदेश दियां दो स्टेट्स बनियां सी, उत्तर प्रदेश ते उत्तराखंड उत्तर प्रदेश नालों अलग हो गया सी। तो जो ये यूनीवर्सिटी है वो उत्तराखंड दे विच आ गई सी। तो हुण दी जे आपां गल करिए तो GB पंत यूनीवर्सिटी ऑफ एग्रीकल्चर ये कित्थे है? ये उत्तराखंड दे विच है। ते जे आपां इसदे वाइस चांसलर की गल करिए, इसदा हुण वाइस चांसलर कौन है? डॉक्टर तेज प्रताप। तो GB पंत यूनीवर्सिटी ऑफ एग्रीकल्चर बारे सारे क्वेश्चन इस विच कवर हो चुके हैं, जो कि सी फर्स्ट एग्रीकल्चर यूनीवर्सिटी एस्टैब्लिश्ड इन इंडिया। नेक्स्ट है कैटफिश इज फिजिकल डिसऑर्डर ऑफ। कैटफिश किस चीज़ का फिजिकल डिसऑर्डर है? यह है टोमैटो का फिजिकल डिसऑर्डर। ये टोमैटो की डिसीज़ है एक कैटफिश। नैक्सट है वाटरशेड इज। वाटरशेड किनू कहते हैं? तो देखो वाटरशेड की है? वाटरशेड वो एरिया है लैंड का जिथों पानी वह के कॉमन पॉइंट ते जाता है किसी भी लेक ते, रिवर ते या स्ट्रीम ते। ठीक है, तो इसका आंसर आएगा ए ऑप्शन, एन एरिया ऑफ लैंड दैट ड्रेन्स इनटू अ कॉमन पॉइंट, लेक, रिवर और स्ट्रीम। नैक्सट है डैश इज एन इंपॉर्टेंट माइक्रोन्यूट्रिएंट। इस दे विचों केड़ा एक इंपॉर्टेंट माइक्रोन्यूट्रिएंट है? वो है जिंक। तो इसका आंसर आएगा ए ऑप्शन, जिंक। जिंक की है माइक्रोन्यूट्रिएंट है जो कि बहुत इंपॉर्टेंट है। नेक्स्ट है व्हाट इज द बेसिक यूनिट ऑफ सॉइल क्लासिफिकेशन। सॉइल क्लासिफिकेशन की बेसिक यूनिट की है? तो इसकी बेसिक यूनिट है सीरीज। नेक्स्ट है विच ऑफ द फॉलोइंग इज द मोस्ट इंपोर्टेंट फैक्टर दैट डिटरमाइन स्टोरेज लाइफ ऑफ सीड। इसदे विचों केड़ा इंपोर्टेंट फैक्टर है जिहड़ा कि सीड की स्टोरेज लाइफ, मतलब कितनी देर आप सीड नूं स्टोर कर सकते हैं, वो डिटरमाइन करता है। तो वो डिटरमाइन करती है रिलेटिव ह्यूमिडिटी। ठीक है, कि नमी कितनी है उसदे विच। तो इसका आंसर आएगा ए ऑप्शन, रिलेटिव ह्यूमिडिटी। नेक्स्ट है मेन फूड क्रॉप फॉर साउदर्न एंड ईस्टर्न स्टेट ऑफ इंडिया इज। साउथर्न ते ईस्टर्न स्टेट की जे आप इंडिया की गल करिए तो उत्थे मेन फूड क्रॉप केड़ा है? तो मेन फूड क्रॉप है राइस, जो कि है सी ऑप्शन। नेक्स्ट है विच वन ऑफ द फॉलोइंग इज द फुल फॉर्म ऑफ ATMA। आपने ATMA की फुल फॉर्म दसनी है। तो ATMA की फुल फॉर्म है एग्रीकल्चर टेक्नोलॉजी मैनेजमेंट एजेंसी, जो कि है ए ऑप्शन। तो इसका आंसर आएगा ए ऑप्शन, एग्रीकल्चर टेक्नोलॉजी मैनेजमेंट एजेंसी। तो यह एजेंसी लॉन्च हुई सी 2005 दे विच। ठीक है, नैक्सट है डैश इज अ मेजर सोर्स ऑफ प्रोटीन फॉर वैजीटेरियन पीपल। वैजीटेरियन पीपल्स नूं इहदे विचों सब तो ज़्यादा प्रोटीन किस दे विचों मिलती है? तो सब तो ज़्यादा प्रोटीन मिलती है लैंटिल तो, जो कि है ए ऑप्शन। लैंटिल की होंगी है दालां, कोई भी दालां हुई हैं उस तो बहुत ज़्यादा प्रोटीन मिल रही है। तो इसका आंसर आएगा ए ऑप्शन, लैंटिल।
ਨੈਕਸਟ ਹੈ ਵਾਰਫੇਰਿਨ ਇਜ਼ ਐਨ ਐਗਜ਼ਾਮਪਲ ਆਫ। ਵਾਰਫੇਰਿਨ ਕੀ ਹੈ? ਵਾਰਫੇਰਿਨ ਇੱਕ ਮੈਡੀਸਿਨ ਦਾ ਨਾਮ ਹੈ, ਠੀਕ ਹੈ, ਮੈਡੀਸਿਨ ਦਾ ਨਾਮ ਹੈ ਜਿਹੜੀ ਕਿ ਯੂਜ਼ ਹੁੰਦੀ ਹੈ ਟੂ ਕਿਲ ਰੈਟਸ ਔਰ ਸਕੁਇਲਸ, ਠੀਕ ਹੈ। ਤਾਂ ਜਿਹੜੀ ਮੈਡੀਸਿਨ ਰੈਟਸ ਜਾਂ ਸਕੁਇਲਸ ਨੂੰ ਮਾਰਨ ਦੇ ਲਈ ਯੂਜ਼ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਆ ਰੋਡੈਂਟੀਸਾਈਡ। ਤਾਂ ਇਸਦਾ ਆਨਸਰ ਆਏਗਾ ਏ ਆਪਸ਼ਨ, ਰੋਡੈਂਟੀਸਾਈਡ। ਹਰਬੀਸਾਈਡ ਕੀ ਹੁੰਦੀ ਹੈ? ਹਰਬੀਸਾਈਡ ਯੂਜ਼ ਹੁੰਦੀ ਹੈ ਟੂ ਡਿਸਟਰੋਏ ਅਨਵਾਂਟਿਡ ਪਲਾਂਟਸ, ਠੀਕ ਹੈ, ਜਿਹੜੇ ਆਸੇ ਪਾਸੇ ਅਨਵਾਂਟਿਡ ਪਲਾਂਟਸ ਹੋ ਜਾਂਦੇ ਆ ਉਹਨਾਂ ਨੂੰ ਡਿਸਟਰੋਏ ਕਰਨ ਦੇ ਲਈ ਯੂਜ਼ ਹੁੰਦੀ ਹੈ ਹਰਬੀਸਾਈਡ। ਨੈਕਸਟ ਹੈ ਇਨਸੈਕਟੀਸਾਈਡ। ਇਨਸੈਕਟੀਸਾਈਡ ਯੂਜ਼ ਹੁੰਦੀ ਹੈ ਟੂ ਕਿਲ ਇਨਸੈਕਟਸ, ਠੀਕ ਹੈ। ਨੈਕਸਟ ਹੈ ਨਿਮੈਟੀਸਾਈਡ। ਨਿਮੈਟੀਸਾਈਡ ਕਿਹਦੇ ਲਈ ਯੂਜ਼ ਹੁੰਦੀ ਹੈ? ਟੂ ਕਿਲ ਨੀਮੋਟੋਡਸ। ਹੁਣ ਨੀਮੋਟੋਡਸ ਕੀ ਹੁੰਦੇ ਹੈ? ਜਿਹੜੇ ਰਾਉਂਡ ਵਾਰਮਸ ਹੁੰਦੇ ਹੈ ਜਾਂ ਥ੍ਰੈਡ ਵਾਰਮਸ ਹੁੰਦੇ ਹੈ, ਉਹਨਾਂ ਨੂੰ ਆਪਾਂ ਕਹਿੰਦੇ ਆ ਨੀਮੋਟੋਡਸ। ਇਹਨਾਂ ਨੂੰ ਮਾਰਨ ਦੇ ਲਈ ਜੋ ਮੈਡੀਸਿਨ ਯੂਜ਼ ਹੁੰਦੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਨਿਮੈਟੀਸਾਈਡ। ਤਾਂ ਇਹਨਾਂ ਨੇ ਵਾਰਫੇਰਿਨ ਪੁੱਛਿਆ ਸੀ, ਤਾਂ ਵਾਰਫੇਰਿਨ ਯੂਜ਼ ਹੁੰਦੀ ਹੈ ਟੂ ਕਿਲ ਰੈਟਸ ਔਰ ਸਕੁਇਲਸ। ਤਾਂ ਇਹਨਾਂ ਨੂੰ ਜੋ ਮਾਰਦੀ ਹੈ ਉਸ ਨੂੰ ਆਪਾਂ ਕਹਿੰਦੇ ਆ ਰੋਡੈਂਟੀਸਾਈਡ। ਤਾਂ ਇਸ ਦਾ ਆਨਸਰ ਆਏਗਾ ਏ ਆਪਸ਼ਨ, ਰੋਡੈਂਟੀਸਾਈਡ। ਨੈਕਸਟ ਹੈ ਦ ਮੇਨ ਕੰਪੋਨੈਂਟਸ ਆਫ ਵਾਟਰਸ਼ੈਡ ਮੈਨੇਜਮੈਂਟ ਆਰ। ਆਪਾਂ ਵਾਟਰਸ਼ੈਡ ਦੀ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਵਾਟਰਸ਼ੈਡ ਉਹ ਏਰੀਆ ਹੁੰਦਾ ਲੈਂਡ ਦਾ ਜਿੱਥੋਂ ਪਾਣੀ ਵਹਿ ਕੇ ਇੱਕ ਕਾਮਨ ਪੁਆਇੰਟ ਤੇ ਜਾਂਦਾ ਹੈ। ਉਹ ਕੋਈ ਲੇਕ ਹੋ ਸਕਦੀ ਹੈ, ਰਿਵਰ ਹੋ ਸਕਦੀ ਹੈ ਜਾਂ ਸਟਰੀਮ ਹੋ ਸਕਦੀ ਹੈ। ਤਾਂ ਮੇਨ ਕੰਪੋਨੈਂਟ ਵਾਟਰਸ਼ੈਡ ਮੈਨੇਜਮੈਂਟ ਦੇ ਕੀ ਹੈ? ਇਹ ਹੈ ਵਾਟਰ, ਲੈਂਡ ਤੇ ਬਾਇਓਮਾਸ ਮੈਨੇਜਮੈਂਟ। ਤਾਂ ਇਸ ਦਾ ਆਨਸਰ ਆਏਗਾ ਏ ਆਪਸ਼ਨ, ਵਾਟਰ, ਲੈਂਡ, ਬਾਇਓਮਾਸ ਮੈਨੇਜਮੈਂਟ। Next है the process by which plants use the length of light and darkness to regulate flowering is known as। ਉਹ process ਜਿਹੜੇ ਕਿ plants use ਕਰਦੇ ਹੈ, ਮਤਲਬ ਕਿ ਕਿੰਨੀ ਲਾਈਟ ਚਾਹੀਦੀ ਹੈ ਜਾਂ ਕਿੰਨੀ ਡਾਰਕਨੈਸ ਚਾਹੀਦੀ ਹੈ ਫਲਾਰ ਨੂੰ ਰੈਗੂਲੇਟ ਕਰਨ ਦੇ ਲਈ, ਫਲਾਰਿੰਗ ਨੂੰ ਰੈਗੂਲੇਟ ਕਰਨ ਦੇ ਲਈ, ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਹੈ? ਤਾਂ ਉਸ ਪ੍ਰੋਸੈਸ ਨੂੰ ਕਹਿੰਦੇ ਹੈ ਫੋਟੋ ਪੀਰੀਓਡਿਜ਼ਮ, ਜੋ ਕਿ ਹੈ ਡੀ ਆਪਸ਼ਨ। ਤਾਂ ਆਪਾਂ ਬਾਕੀ ਵੀ ਦੇਖ ਲੈਂਦੇ ਹਾਂ। ਫਸਟ ਹੈ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਕਿਸ ਨੂੰ ਕਹਿੰਦੇ ਹੈ? ਉਹ ਪ੍ਰੋਸੈਸ ਜਿਹਦੇ ਨਾਲ ਗ੍ਰੀਨ ਪਲਾਂਟਸ ਲਾਈਟ ਐਨਰਜੀ ਨੂੰ ਕੈਮੀਕਲ ਐਨਰਜੀ ਦੇ ਵਿੱਚ ਟਰਾਂਸਫਾਰਮ ਕਰਦੇ ਹੈ। ਲਾਈਟ ਐਨਰਜੀ ਨੂੰ ਕੈਮੀਕਲ ਐਨਰਜੀ ਦੇ ਵਿੱਚ ਟਰਾਂਸਫਾਰਮ ਕਰਦੇ ਹੈ, ਉਸ ਨੂੰ ਆਪਾਂ ਕਹਿੰਦੇ ਆ ਫੋਟੋਸਿੰਥੇਸਿਸ। ਨੈਕਸਟ ਹੈ ਫੋਟੋਟ੍ਰੋਪਿਜ਼ਮ। ਫੋਟੋਟ੍ਰੋਪਿਜ਼ਮ ਦਾ ਮਤਲਬ ਹੁੰਦਾ ਹੈ ਕਿ ਕੋਈ ਪਲਾਂਟ ਲਾਈਟ ਨੂੰ ਕਿਵੇਂ ਰਿਸਪੌਂਸ ਦਿੰਦਾ ਹੈ। ਮਤਲਬ ਕਈ ਪਲਾਂਟ ਆਪਾਂ ਦੇਖਦੇ ਹਾਂ ਕਿ ਲਾਈਟ ਵਨੀ ਨੂੰ ਝੁਕ ਜਾਂਦੇ ਹੈ, ਠੀਕ ਹੈ। ਕਈ ਆਪਾਂ ਕਹਿੰਦੇ ਹਾਂ ਕਿ ਲਾਈਟ ਤੋਂ ਦੂਰੀ ਵੱਲ ਨੂੰ ਝੁਕ ਜਾਂਦੇ ਆ, ਲਾਈਟ ਤੋਂ ਓਪੋਜ਼ਿਟ ਸਾਈਡ ਝੁਕ ਜਾਂਦੇ ਆ, ਠੀਕ ਹੈ। ਕਿ ਕੋਈ ਪਲਾਂਟ ਲਾਈਟ ਨੂੰ ਕਿਵੇਂ ਰਿਸਪੌਂਸ ਕਰਦਾ ਉਸ ਨੂੰ ਆਪਾਂ ਕਹਿੰਦੇ ਹਾਂ ਫੋਟੋਟ੍ਰੋਪਿਜ਼ਮ। ਨੈਕਸਟ ਹੈ ਵਰਨੇਲਾਈਜੇਸ਼ਨ। ਵਰਨੇਲਾਈਜੇਸ਼ਨ ਕੀ ਹੁੰਦੀ ਹੈ? ਵਰਨੇਲਾਈਜੇਸ਼ਨ ਹੁੰਦੀ ਹੈ ਕਿ ਪਲਾਂਟ ਨੂੰ ਕੋਲਡ ਪਲੇਸ ਤੇ ਰੱਖਿਆ ਜਾਂਦਾ ਹੈ, ਇੱਕ ਆਰਟੀਫਿਸ਼ੀਅਲ ਤਰੀਕੇ ਨਾਲ ਕੋਲਡ ਪਲੇਸ ਤੇ ਰੱਖਿਆ ਜਾਂਦਾ ਉਹਨਾਂ ਦੀ ਫਲਾਰਿੰਗ ਪ੍ਰੋਸੈਸ ਨੂੰ ਸਟਾਰਟ ਕਰਨ ਦੇ ਲਈ ਜਾਂ ਫਲਾਰਿੰਗ ਪ੍ਰੋਸੈਸ ਨੂੰ ਇੰਪਰੂਵ ਕਰਨ ਦੇ ਲਈ, ਉਸ ਨੂੰ ਆਪਾਂ ਕਹਿੰਦੇ ਆ ਵਰਨੇਲਾਈਜੇਸ਼ਨ। ਨੈਕਸਟ ਹੈ ਡੈਸ਼ is known as the father of extension in the Indian context। ਇਸ ਦੇ ਵਿੱਚੋਂ ਫਾਦਰ ਆਫ ਐਕਸਟੈਂਸ਼ਨ ਇੰਡੀਅਨ ਕੰਟੈਕਸਟ ਦੇ ਵਿੱਚ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ KN ਸਿੰਘ ਨੂੰ, ਜੋ ਕਿ ਹੈ ਡੀ ਆਪਸ਼ਨ। ਨੈਕਸਟ ਹੈ which one of the following is considered as the safest insecticide for vegetables। ਵੈਜੀਟੇਬਲਸ ਦੇ ਲਈ ਇਹਨਾਂ ਦੇ ਵਿੱਚੋਂ ਕਿਹੜੀ ਸੇਫੈਸਟ ਇਨਸੈਕਟੀਸਾਈਡ ਹੈ? ਤਾਂ ਇਹ ਹੈ ਪਾਇਰੇਥ੍ਰਿਨ, ਜੋ ਕਿ ਹੈ ਡੀ ਆਪਸ਼ਨ। Next है all weather phenomena occur in the dash zone of atmosphere। ਹੁਣ all weather phenomena ਕੀ ਹੁੰਦਾ ਹੈ? ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ,
ਵਿੰਡ ਹੋ ਸਕਦੀ ਹੈ, ਕਲਾਊਡ ਹੋ ਸਕਦੇ ਹੈ, ਰੇਨ ਹੋ ਸਕਦੀ ਹੈ, ਸਨੋ, ਫੋਗ, ਡਸਟ, ਸਟੋਰਮਸ, ਕੁਛ ਵੀ ਹੋ ਸਕਦਾ ਹੈ। ਤੇ ਇਹ ਹੁੰਦੇ ਆਲ ਵੈਦਰ ਫਿਨੋਮੀਨਾ। ਤਾਂ ਇਹ ਕਿਹੜੇ ਜ਼ੋਨ ਦੇ ਵਿੱਚ ਹੁੰਦੇ ਐਟਮੋਸਫੀਅਰ ਦੇ? ਤਾਂ ਇਹ ਹੁੰਦੇ ਟ੍ਰੋਪੋਸਫੀਅਰ ਜ਼ੋਨ ਦੇ ਵਿੱਚ। ਤਾਂ ਇਸ ਆਨਸਰ ਆਏਗਾ ਸੀ ਆਪਸ਼ਨ, ਟ੍ਰੋਪੋਸਫੀਅਰ। नेक्स्ट है इनहेरेंट कैपेसिटी ऑफ सॉइल टू सप्लाई न्यूट्रिएंट्स टू प्लांट्स इन एडिक्वेट एंड इन सूटेबल प्रपोर्शन इज कॉल्ड। जो सोयल की कैपेसिटी है कि वह प्लांट्स नू एडिक्वेट ते सूटेबल प्रपोर्शन दे विच न्यूट्रिएंट्स सप्लाई करे, उसनू की कहंदे है? तो उसनू कहंदे है सॉयल फर्टिलिटी, जो कि है ए ऑप्शन, कि मिट्टी कितनी उपजाऊ है। नेक्स्ट है विच ऑफ द फॉलोइंग इज द कोज ऑफ ब्लैक हर्ट पोटैटो। ब्लैक हर्ट पोटैटो की है? ब्लैक हर्ट की है एक पोटैटो दी डिसीज़ है। कई बार देखो आप जो आलू है बचालो कटते हैं तो वह अंदरों ब्लैक होंगे, ठीक है, तो उसनू कहते ब्लैक हर्ट पोटैटो। यही पोटैटो दी डिसीज़ का नाम है। तो इन्होंने किया कि यह किहदे नाल हुंदा है, इसका कारण की है? इसका कारण है कि उसदे विच ऑक्सीजन की कमी हो जाती है। तो इसका आंसर आएगा डी ऑप्शन, ऑक्सीजन डेफिशिएंसी। नेक्स्ट है अ प्लांट बेयरिंग बोथ मेल एंड फीमेल फ्लावर्स इज नॉन एज। एक प्लांट है उस विच मेल फ्लावर्स भी है तो फीमेल फ्लावर्स भी है। ਜਿਹੜੇ ਪਲਾਂਟ ਦੇ ਉੱਪਰ ਮੇਲ ਤੇ ਫੀਮੇਲ ਦੋਨੋਂ ਫਲਾਵਰਸ ਹੁੰਦੇ ਆ ਉਸਨੂੰ ਕੀ ਕਹਿੰਦੇ ਆ? ਤਾਂ ਉਸਨੂੰ ਕਹਿੰਦੇ ਆ ਮੋਨੋਏਸ਼ੀਅਸ, ਠੀਕ ਹੈ, ਜੋ ਕਿ ਹੈ ਏ ਆਪਸ਼ਨ। ਤੇ ਜੇ ਮੇਲ ਤੇ ਫੀਮੇਲ ਫਲਾਵਰਸ ਜੋ ਹੈ ਅਲੱਗ-ਅਲੱਗ ਪਲਾਂਟਸ ਦੇ ਹੋਣ ਤਾਂ ਉਸਨੂੰ ਆਪਾਂ ਕਹਿੰਦੇ ਆ ਡਿਓਸ਼ੀਅਸ, ਠੀਕ ਹੈ, ਜੋ ਕਿ ਹੈ ਬੀ ਆਪਸ਼ਨ। ਜੇ ਹੁਣ ਇਹਨਾਂ ਨੇ ਪੁੱਛਿਆ ਹੁੰਦਾ ਕਿ ਜੇ मेल ते फीमेल फ्लावर्स है जो हो अलग-अलग प्लांट से होन तो उसनों ਆਪਾਂ ਕੀ ਕਵਾਂਗੇ? उसनों ਆਪਾਂ ਕਵਾਂਗੇ ਡਿਓਸ਼ੀਅਸ। ਤੇ ਜੇ ਸੇਮ ਪਲਾਂਟ ਦੇ ਹੋਣ उसनों ਆਪਾਂ ਕਹਿੰਦੇ ਆ ਮੋਨੋਸ਼ੀਅਸ। ਤਾਂ ਹੁਣ ਇਹਨਾਂ ਨੇ ਪੁੱਛਿਆ ਸੀ ਕਿ ਸੇਮ ਪਲਾਂਟ ਦੇ ਹੋਣ, ਠੀਕ ਹੈ, ਸੇਮ ਪਲਾਂਟ ਦੇ ਉੱਪਰ ਮੇਲ ਤੇ ਫੀਮੇਲ ਦੋਨੋਂ ਫਲਾਵਰਸ ਹੋਣ ਤਾਂ उसनों ਆਪਾਂ ਕਹਿੰਦੇ ਆ ਮੋਨੋਸ਼ੀਅਸ। ਤਾਂ ਇਸ ਆਨਸਰ ਆਏਗਾ ਏ ਆਪਸ਼ਨ, ਮੋਨੋਸ਼ੀਅਸ। नेक्स्ट है विच वन ऑफ द फॉलोइंग इंस्ट्रूमेंट्स इज यूज टू मेजर सोलर रेडिएशन। सोलर रेडिएशन नू मेजर करने दे लई इन्हां दे विचों किहड़ा इंस्ट्रूमेंट यूज हुंदा है? तो वो यूज हुंदा है पायरेनोमीटर, जो कि है सी ऑप्शन, ठीक है। देखो फर्स्ट है बैरोमीटर। बैरोमीटर यूज हुंदा है टू मेजर एयर प्रेशर, ठीक है। एयर प्रैशर नू मेजर करने के लिए अपने को यूज होंगे बैरोमीटर। नैक्सट है थर्मोमीटर। थर्मोमीटर आपको पता ही है कि यह टैंपरेचर मेजर करने के लिए होंगे। नैक्सट है पायरेनोमीटर, जो आप गल कर ही चुके हैं कि यह सोलर रेडिएशन नू मेजर करने के लिए होंगे। नैक्सट है एनेमोमीटर। एनेमोमीटर यूज होंगे विंड स्पीड ते डायरैक्शन नू मेजर करने के लिए। विंड स्पीड एंड डायरैक्शन इसनू मेजर करने के लिए यूज होंदा है एनेमोमीटर। नैक्सट है रीमर इज जनरली यूज टू एक्सट्रैक्ट जूस फ्रॉम। जो रीमर है वह किस दे विचों जूस कड्ढण दे काम आंदा है? तो वह काम आंदा है ऑरेंज दे विचों जूस कड्ढण दे। तो इसका आंसर आएगा बी ऑप्शन, ऑरेंज। नेक्स्ट है द इंडक्शन ऑफ अ प्लांट्स flowering process by exposure to the prolonged cold is known as। ये आप पहला भी कर चुके हैं। तो इस प्रोसैस को आप कहते हैं वर्नलाइजेशन। तो इसका आंसर आएगा ए ऑप्शन, वर्नलाइजेशन। हुण मैं बाकी चीज़ां मैं पहले ही डिफाइन कर चुकी हैं। देखो फोटोसिंथेसिस कहते हैं जो ग्रीन प्लांट्स होंगे जो वो लाइट एनर्जी नू कैमिकल एनर्जी दे विच कन्वर्ट करते हैं, उसनूं आपां कहते हैं फोटोसिंथेसिस। नैक्सट है फोटोट्रोपिज्म। फोटोट्रोपिज्म कहते हैं कि कोई प्लांट लाइट नू किवें रिस्पोंड करता है, उसनूं आपां कहते हैं फोटोट्रोपिज्म। कि कई प्लांट्स होंगे जो वो लाइट वनी नू झुक जाते हैं तो कई प्लांट्स होंगे जो लाइट के ओपोजिट डायरैक्शन दे विच झुक जाते हैं। तो कोई प्लांट लाइट नू किवें रिस्पोंड करता है उसनूं आपां कहते हैं फोटोट्रोपिज्म। नैक्सट है फोटो पीरियोडिज्म। फोटो पीरियोडिज्म हुंदा है कि प्लांट्स नू किन्नी लाइट चाहिए है तो किन्नी डार्कनैस चाहिए है, उहदे फ्लावरिंग प्रोसैस है उसनू रैगूलेट करने के लिए, उसनू आपां कहते हैं फोटो पीरियोडिज्म।
तो ਇਹਦੇ ਵਿੱਚ ਇਹਨਾਂ ਨੇ ਪੁੱਛਿਆ ਸੀ ਕਿ ਪਲਾਂਟ ਦੀ ਜੋ ਫਲਾਵਰਿੰਗ ਪ੍ਰੋਸੈਸ ਹੈ ਉਸ ਨੂੰ ਆਪਾਂ ਉਸ ਦੀ ਇੰਡਕਸ਼ਨ ਦੇ ਲਈ ਆਪਾਂ ਉਸ ਨੂੰ ਪ੍ਰੋਲੋਂਗਡ ਕੋਲਡ ਦੇ ਵਿੱਚ ਰੱਖਦੇ ਹਾਂ ਤਾਂ ਉਸ ਨੂੰ ਆਪਾਂ ਕਹਿੰਦੇ ਆ ਵਰਨੇਲਾਈਜੇਸ਼ਨ। ਤਾਂ ਇਸ ਆਨਸਰ ਆਏਗਾ ਏ ਆਪਸ਼ਨ ਵਰਨੇਲਾਈਜੇਸ਼ਨ। नेक्स्ट है द रेपिटेटिव ग्रोइंग ऑफ सेम सोल क्रॉप ऑन द सेम लैंड इज रेफर एज। जे ਆਪਾਂ सेम सोल क्रॉप ਨੂੰ सेम लैंड ਤੇ ਉਸ ਦੀ ਰੈਪੀਟੇਟਿਵ ਗਰੋਇੰਗ ਕਰੀ ਜਾਈਏ ਤਾਂ ਉਸ ਨੂੰ ਕੀ ਕਹਿੰਦੇ ਆ, ਤਾਂ ਉਸ ਨੂੰ ਕਹਿੰਦੇ ਆ ਮੋਨੋਕਲਚਰ। ਤਾਂ ਇਸ ਦਾ ਆਨਸਰ ਆਏਗਾ ਡੀ ਆਪਸ਼ਨ ਮੋਨੋਕਲਚਰ। ਹੁਣ ਦੇਖੋ ਆਪਾਂ ਬਾਕੀ ਵੀ ਦੇਖ ਲੈਂਦੇ ਆ। ਕ੍ਰੌਪ ਰੋਟੇਸ਼ਨ, ਕ੍ਰੌਪ ਰੋਟੇਸ਼ਨ ਕਹਿੰਦੇ ਆ ਕਿ ਜਦੋਂ ਅਲੱਗ-ਅਲੱਗ ਕ੍ਰੌਪਸ ਨੂੰ ਰੋਟੇਟ ਕਰਕੇ ਆਪਾਂ ਉਗਾਈ ਜਾਈਏ। मतलब जिमें पहली क्रॉप है इसनूं उगा लिया, फिर दूसरी नूं उगा लिया, फिर तीसरी नूं उगा लिया, फिर पहली नूं उगा लिया, फिर दूसरी नूं उगा लिया, फिर तीसरी नूं, फिर पहली नूं। ठीक है, उस तरह ये रोटेट हो रहे हैं, मतलब रोटेशन दे विच चल रहे काम, तो उसनूं आपां कहने आ क्रॉप रोटेशन। नैक्सट है सोल क्रॉपिंग। सोल क्रॉपिंग की हुंदी है कि एक पर्टिकुलर टाइप की क्रॉप नूं एक पीस ऑफ लैंड ते उगाई जाना। देखो ਹੁਣ ਮੋਨੋਕਲਚਰ ਤੇ ਸੋਲ ਕ੍ਰੌਪ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਮੋਨੋਕਲਚਰ ਕੀ ਹੁੰਦਾ ਹੈ, ਜਦੋਂ ਆਪਾਂ ਇੱਕ ਤਰ੍ਹਾਂ ਦੀ ਜੋ ਕ੍ਰੌਪ ਹੈ ਉਸ ਨੂੰ ਹੀ ਵਾਰੀ-ਵਾਰੀ ਉਗਾਈ ਜਾਂਦੇ ਆ। ਬਟ ਸੋਲ ਕ੍ਰੌਪਿੰਗ ਦੇ ਵਿੱਚ ਹੈ ਇੱਕ ਪਰਟੀਕੂਲਰ ਟਾਈਪ ਦੀ, ਠੀਕ ਹੈ, ਕ੍ਰੌਪ ਅਲੱਗ ਹੋ ਸਕਦੀ ਹੈ ਬਟ ਉਸਦੀ ਟਾਈਪ ਸੇਮ ਹੋਣੀ ਚਾਹੀਦੀ ਹੈ, ਉਸ ਨੂੰ ਕਹਿੰਦੇ ਆ ਸੋਲ ਕ੍ਰੌਪਿੰਗ। ਨੈਕਸਟ ਹੈ ਮਲਟੀਪਲ ਕ੍ਰੌਪਿੰਗ। ਮਲਟੀਪਲ ਕ੍ਰੌਪਿੰਗ ਕੀ ਹੁੰਦੀ ਹੈ ਕਿ ਦੋ ਜਾਂ ਦੋ ਤੋਂ ਵੱਧ ਕ੍ਰੌਪਸ ਨੂੰ ਇੱਕ ਸੇਮ ਲੈਂਡ ਦੇ ਉੱਪਰ ਇੱਕ ਸੀਜ਼ਨ ਦੇ ਵਿੱਚ ਉਗਾਉਣਾ। ठीक है, उसनूं आपां कहने आ मल्टीपल क्रॉपिंग ते इसनूं आपां इंटर क्रॉपिंग भी कहने आ। ठीक है, इसका दूसरा नाम है इंटर क्रॉपिंग। की है कि एक सीजन दे विच, ठीक है, एक सीजन दे विच दो या दो तो वध क्रॉप्स नूं एक सेम लैंड ते उगाना, उसनूं आपां कहने आ मल्टीपल क्रॉपिंग। नेक्स्ट है अबाउट डैश परसेंट टू इंडियाज GDP इज कंट्रीब्यूटेड बाय एग्रीकल्चर सेक्टर। किन्ने परसेंट GDP है इंडिया दी जिहड़ी कि एग्रीकल्चर सेक्टर कंट्रीब्यूट करदा है, तो वो है 20%। तो इसका आंसर आएगा ए ऑप्शन 20%। मतलब जो 20% GDP है वो एग्रीकल्चर सेक्टर कंट्रीब्यूट करता है। नेक्स्ट है इन इंडिया फार्मर फर्स्ट प्रोग्राम FFP was launched in the year। जो फार्मर फर्स्ट प्रोग्राम है इंडिया ਦੇ ਵਿੱਚ ਕਿਹੜੇ ਈਅਰ ਦੇ ਵਿੱਚ ਲਾਂਚ ਹੋਇਆ ਸੀ, ਤਾਂ ਇਹ ਹੋਇਆ ਸੀ 2016 ਦੇ ਵਿੱਚ ਲਾਂਚ। ਤਾਂ ਇਸ ਦਾ ਆਨਸਰ ਆਏਗਾ ਸੀ ਆਪਸ਼ਨ 2016। ਤਾਂ ਇਹ ਲਾਂਚ ਕੀਤਾ ਸੀ ICAR ਨੇ। ICAR ਦੀ ਫੁੱਲ ਫਾਰਮ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਇੰਡੀਅਨ ਕਾਉਂਸਿਲ ਆਫ एग्रीकल्चरल रिसर्च। नेक्स्ट है पेस्टिसाइड शुड बी स्टोर इन डैश एंड डैश एरिया। पेस्टिसाइड किवें आपां नूं स्टोर करने चाहिए, ये स्टोर करने चाहिए ड्राई एंड कूल एरिया दे विच। ठीक है, तो इसका आंसर आएगा ए ऑप्शन ड्राई एंड कूल। नेक्स्ट है origin of species by means of natural selection was proposed and provided by। जो origin of species by means of natural selection दी थ्योरी है वो किसने प्रपोज की सी ते किसने प्रोवाइड की सी, तो उन्हों का नाम है डार्विन, जो कि है सी ऑप्शन। नेक्स्ट है द सर्टिफिकेशन मार्क एम्प्लॉयड ऑन एग्रीकल्चर प्रोडक्ट इन इंडिया इज। जो एग्रीकल्चर प्रोडक्ट है इंडिया दे विच उसदे उत्ते सर्टिफिकेशन मार्क लग्या हुंदा है, तो वो केड़ा मार्क हुंदा है, वो हुंदा है AG मार्क। तो इसका आंसर आएगा ए ऑप्शन AG मार्क। ये किने अप्रूव किया हुआ है, ये जो स्टैंडर्ड्स है वो अप्रूव किए हुए है बाय DMI। DMI मतलब डायरेक्टरेट ऑफ मार्केटिंग एंड इंस्पेक्शन। ठीक है, तो इसका आंसर आएगा ए ऑप्शन AG मार्क। नेक्स्ट है विच ऑफ द फॉलोइंग एजेंसी इज रिस्पॉन्सिबल फॉर प्रोक्योरमेंट,
storage and transportation of food grain production in India। ਇਹਨਾਂ ਦੇ ਵਿੱਚੋਂ ਕਿਹੜੀ ਏਜੰਸੀ ਹੈ ਜਿਹੜੀ ਕਿ ਰਿਸਪੌਂਸਿਬਲ ਹੈ ਪ੍ਰੋਕਿਓਰਮੈਂਟ ਦੇ ਲਈ, ਸਟੋਰੇਜ ਦੇ ਲਈ ਤੇ ਟਰਾਂਸਪੋਰਟੇਸ਼ਨ ਆਫ ਫੂਡ ਗ੍ਰੇਨ ਜਿਹੜੀ ਕਿ ਇੰਡੀਆ ਦੇ ਵਿੱਚ ਪ੍ਰੋਡਿਊਸ ਹੋਈ ਹੈ ਉਸ ਦੇ ਲਈ। ਤਾਂ ਰਿਸਪੌਂਸਿਬਲ ਏਜੰਸੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ, ਜੋ ਕਿ ਹੈ ਸੀ ਆਪਸ਼ਨ। ਤਾਂ ਇਸਦਾ ਆਨਸਰ ਆਏਗਾ ਫੂਡ ਕਾਰਪੋਰੇਸ਼ਨ ਆਫ ਇੰਡੀਆ। ਤਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਇਹ ਫਾਊਂਡ ਕਿਹਨੇ ਕੀਤੀ ਸੀ? ਇਸਦਾ ਫਾਊਂਡਰ ਸੀ ਕੌਣ ਸੀ? ਗਵਰਨਮੈਂਟ ਆਫ ਇੰਡੀਆ ਖੁਦ। ਗਵਰਨਮੈਂਟ ਆਫ ਇੰਡੀਆ ਨੇ ਇਸ ਨੂੰ ਫਾਊਂਡ ਕੀਤਾ ਸੀ। ਕਦੋਂ ਕੀਤਾ ਸੀ? ਇਹ ਕੀਤਾ ਸੀ 1965 ਦੇ ਵਿੱਚ। ਠੀਕ ਹੈ। ਤੇ ਜੇ ਆਪਾਂ ਨੂੰ ਪੁੱਛ ਲੈਣ ਕਿ FCI ਦੇ ਹੈੱਡਕੁਆਟਰ ਕਿੱਥੇ ਹੈ? FCI ਦੇ ਹੈੱਡਕੁਆਟਰ ਹੈ ਨਿਊ ਦਿੱਲੀ ਦੇ ਵਿੱਚ। FCI ਦੀ ਫੁੱਲ ਫਾਰਮ ਤੁਸੀਂ ਧਿਆਨ ਦੇ ਵਿੱਚ ਰੱਖ ਲੈਣੀ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਿਸ ਦੇ ਕਿ ਫਾਊਂਡਰ ਸੀ ਗਵਰਨਮੈਂਟ ਆਫ ਇੰਡੀਆ ਖੁਦ। ਤੇ ਇਸ ਦੇ ਕਦੋਂ ਹੋਈ ਸੀ ਇਹ ਫਾਊਂਡ? 1965 ਦੇ ਵਿੱਚ। ਤੇ ਇਸ ਦੇ ਹੈੱਡਕੁਆਟਰ ਹੈ ਨਿਊ ਦਿੱਲੀ ਦੇ ਵਿੱਚ। ਨੈਕਸਟ ਹੈ ਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO was formed in the year। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਦੋਂ ਫਾਰਮ ਹੋਈ ਸੀ? ਤਾਂ ਇਹ ਫਾਰਮ ਹੋਈ ਸੀ 1995 ਦੇ ਵਿੱਚ। ਤਾਂ ਇਸਦਾ ਆਨਸਰ ਆਏਗਾ B ਆਪਸ਼ਨ 1995। ਤਾਂ ਹੁਣ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਾਰੇ ਦੇਖ ਲੈਂਦੇ ਹਾਂ। ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੀ ਹੈ? ਇਹ ਇੱਕ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਰੈਗੂਲੇਟ ਕਰਦੀ ਹੈ ਤੇ ਫੈਸਿਲੀਟੇਟ ਕਰਦੀ ਹੈ ਇੰਟਰਨੈਸ਼ਨਲ ਟ੍ਰੇਡ, ਜਿਹੜਾ ਕਿ ਨੇਸ਼ਨਸ ਦੇ ਵਿੱਚ ਹੁੰਦਾ ਹੈ। ਅਲੱਗ-ਅਲੱਗ ਨੇਸ਼ਨ ਦੇ ਵਿੱਚ ਜੋ ਇੰਟਰਨੈਸ਼ਨਲ ਟ੍ਰੇਡ ਹੁੰਦਾ ਹੈ ਉਸ ਨੂੰ ਰੈਗੂਲੇਟ ਤੇ ਫੈਸਿਲੀਟੇਟ ਕਰਨਾ ਕਿਹਦਾ ਕੰਮ ਹੈ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ, ਜਿਹੜੀ ਕਿ ਫਾਰਮ ਹੋਈ ਸੀ 1995 ਦੇ ਵਿੱਚ। ਤਾਂ ਕਈ ਵਾਰ ਆਪਾਂ ਨੂੰ ਇਸ ਦੇ ਹੈੱਡਕੁਆਟਰਸ ਪੁੱਛ ਲੈਂਦੇ ਆ। ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਹੈੱਡਕੁਆਟਰ ਹੈ ਜਿਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ। ਤਾਂ ਇਸਦਾ ਆਪਾਂ ਨੂੰ ਈਅਰ ਪੁੱਛਿਆ ਸੀ, ਤਾਂ ਇਸਦਾ ਈਅਰ ਹੈ 1995, ਮਤਲਬ 1995 ਦੇ ਵਿੱਚ ਇਹ ਫਾਰਮ ਹੋਈ ਸੀ। ਨੈਕਸਟ ਹੈ ਨੀਰਾ ਇਜ਼ ਪ੍ਰਪੇਅਰਡ ਫਰੋਮ। ਨੀਰਾ ਕਿਸ ਤੋਂ ਪ੍ਰਪੇਅਰ ਹੁੰਦਾ ਹੈ? ਤਾਂ ਨੀਰਾ ਪ੍ਰਪੇਅਰ ਹੁੰਦਾ ਹੈ ਕੋਕੋਨਟ ਤੋਂ। ਤਾਂ ਇਸਦਾ ਆਨਸਰ ਆਏਗਾ B ਆਪਸ਼ਨ ਕੋਕੋਨਟ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਇਜ਼ ਫਸਟ ਸਟੇਜ ਆਫ ਇਰੋਜ਼ਨ। ਇਰੋਜ਼ਨ ਦੀ ਫਸਟ ਸਟੇਜ ਆਪਾਂ ਨੇ ਇਹਨਾਂ ਵਿੱਚ ਦੱਸਣੀ ਹੈ। ਤਾਂ ਦੇਖੋ ਇਰੋਜ਼ਨ ਦੀਆਂ ਕੀ ਹੁੰਦੀਆਂ? ਇਰੋਜ਼ਨ ਦੀਆਂ 4 ਸਟੇਜਸ ਹੁੰਦੀਆਂ। ਠੀਕ ਹੈ। ਫਸਟ ਹੁੰਦੀ ਹੈ ਸਪਲੈਸ਼। ਸਪਲੈਸ਼ ਦੇ ਵਿੱਚ ਕੀ ਹੁੰਦਾ ਹੈ? ਤਾਂ ਜਦੋਂ ਰੇਨਫਾਲ ਹੁੰਦੀ ਹੈ, ਜਦੋਂ ਰੇਨ ਡ੍ਰੌਪ ਧਰਤੀ ਦੇ ਉੱਪਰ ਗਿਰਦੀ ਹੈ, ਉਸ ਨੂੰ ਕਹਿੰਦੇ ਆ ਸਪਲੈਸ਼ ਇਰੋਜ਼ਨ। ਠੀਕ ਹੈ। ਇਹ ਫਸਟ ਸਟੇਜ ਹੈ ਇਰੋਜ਼ਨ ਦੀ। ਸੈਕਿੰਡ ਸਟੇਜ ਹੁੰਦੀ ਹੈ ਸ਼ੀਟ ਇਰੋਜ਼ਨ। ਸ਼ੀਟ ਇਰੋਜ਼ਨ ਕਿਸ ਨੂੰ ਕਹਿੰਦੇ ਆ? ਕਿ ਜਿਹੜੇ ਜਦੋਂ ਹੁਣ ਡ੍ਰੌਪ ਧਰਤੀ ਤੇ ਪਈ, ਠੀਕ ਹੈ, ਤਾਂ ਉਸ ਨੂੰ ਆਪਾਂ ਕਹਿਤਾ ਸਪਲੈਸ਼। ਤੇ ਜਦੋਂ ਡ੍ਰੌਪ ਧਰਤੀ ਤੇ ਪੈਣ ਤੋਂ ਬਾਅਦ ਉਹ ਉਖੜਦੇ ਹੈ, ਜੋ ਮਿੱਟੀ ਦੇ ਕਣ ਹੁੰਦੇ ਉਹ ਨਾਲੋਂ ਉਖੜ ਜਾਂਦੇ ਆ। ਉਖੜ ਕੇ ਜਦੋਂ ਉਹ ਆਪਣੀ ਜਗ੍ਹਾ ਛੱਡਦੇ ਆ ਤਾਂ ਉਸ ਨੂੰ ਆਪਾਂ ਕਹਿੰਦੇ ਆ ਸ਼ੀਟ ਇਰੋਜ਼ਨ। ਠੀਕ ਹੈ। ਨੈਕਸਟ ਹੈ ਰਿਲ ਇਰੋਜ਼ਨ। ਰਿਲ ਇਰੋਜ਼ਨ ਕੀ ਹੁੰਦੀ ਹੈ? ਜਦੋਂ ਉਹ ਥੋੜੀ ਜਿਹੀ ਅੱਗੇ ਚਲੇ ਜਾਂਦੇ ਆ, ਸਮੋਲ ਫਲੋ ਹੋਣਾ ਸਟਾਰਟ ਹੋ ਜਾਂਦਾ ਹੈ। ਠੀਕ ਹੈ। ਉਸ ਨੂੰ ਆਪਾਂ ਕਹਿੰਦੇ ਆ ਰਿਲ। ਠੀਕ ਹੈ। ਨੈਕਸਟ ਹੈ ਗਲੀ। ਗਲੀ ਇਰੋਜ਼ਨ, ਇਸ ਨੂੰ ਇਹ ਕਿਸ ਨੂੰ ਕਹਿੰਦੇ ਆ? ਜਦੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਜਦੋਂ ਉਹ ਆਪਣੀ ਸਪੇਸ ਬਣਾ ਲੈਂਦਾ ਵਾਟਰ ਇੱਧਰ ਉੱਧਰ ਜਾਣ ਲਈ। ਠੀਕ ਹੈ। ਜਦੋਂ ਪਾਣੀ ਵਹਿਣ ਲਈ ਆਪਣੀ ਸਪੇਸ ਬਣਾ ਲੈਂਦਾ ਉਸ ਨੂੰ ਕਹਿੰਦੇ ਆ ਗਲੀ ਇਰੋਜ਼ਨ। ਤਾਂ ਇਹ 4 ਆਪਣੇ ਕੋਲ ਸਟੇਜਸ ਹੋ ਗਈਆਂ ਇਰੋਜ਼ਨ ਦੀਆਂ। ਠੀਕ ਹੈ। ਤਾਂ ਫਸਟ ਸਟੇਜ ਆਪਣੇ ਕੋਲ ਕਿਹੜੀ ਹੈ? ਸਪਲੈਸ਼ ਇਰੋਜ਼ਨ। ਤਾਂ ਇਸਦਾ ਆਨਸਰ ਆਏਗਾ B ਆਪਸ਼ਨ ਸਪਲੈਸ਼ ਇਰੋਜ਼ਨ। ਨੈਕਸਟ ਹੈ ਐਗਜ਼ਾਮਪਲ ਆਫ ਐਨ ਐਸੈਂਸ਼ੀਅਲ ਮਿਨਰਲ ਪਲਾਂਟ ਨਿਊਟ੍ਰੀਐਂਟ ਇਜ਼। ਇਸ ਦੇ ਵਿੱਚੋਂ ਐਸੈਂਸ਼ੀਅਲ ਮਿਨਰਲ ਪਲਾਂਟ ਨਿਊਟ੍ਰੀਐਂਟ ਕਿਹੜਾ ਹੈ? ਤਾਂ ਦੇਖੋ ਹੁਣ ਇਹਨਾਂ ਨੇ ਪੁੱਛਿਆ ਮਿਨਰਲ ਪਲਾਂਟ ਨਿਊਟ੍ਰੀਐਂਟ। ਦੇਖੋ ਜੋ ਆਪਣੇ ਕੋਲ ਪਲਾਂਟ ਨਿਊਟ੍ਰੀਐਂਟਸ ਹੈ ਉਹ ਐਸੈਂਸ਼ੀਅਲ ਹੁੰਦੇ। ਦੇਖੋ ਜਿਵੇਂ ਹੁਣ ਇਹਨਾਂ ਨੇ ਦਿੱਤਾ ਹੋਇਆ ਹੈ ਹਾਈਡਰੋਜਨ। ਠੀਕ ਹੈ। ਜੋ ਹਾਈਡਰੋਜਨ, ਆਕਸੀਜਨ ਤੇ ਕਾਰਬਨ ਹੈ, ਇਹ ਤਿੰਨੋਂ ਜੋ ਨਿਊਟ੍ਰੀਐਂਟਸ ਹੈ ਇਹ ਕਿੱਥੋਂ ਮਿਲਦੇ ਹੈ? ਫਰੋਮ ਫੋਟੋਸਿੰਥੇਸਿਸ ਤੋਂ। ਠੀਕ ਹੈ। ਜੋ ਨਾਈਟ੍ਰੋਜਨ ਹੈ ਇਹ ਕਿੱਥੋਂ ਮਿਲਦਾ? ਫਰੋਮ ਸੋਇਲ ਤੋਂ। ਠੀਕ ਹੈ। ਇਹ ਸਾਰੇ ਐਸੈਂਸ਼ੀਅਲ ਹੈ, ਬਟ ਇਹਨਾਂ ਨੇ ਪੁੱਛਿਆ ਹੋਇਆ ਸੀ ਮਿਨਰਲ ਪਲਾਂਟ ਨਿਊਟ੍ਰੀਐਂਟ, ਤਾਂ ਇਹ ਹੈ ਨਾਈਟ੍ਰੋਜਨ। ਤਾਂ ਇਸਦਾ ਆਨਸਰ ਆਏਗਾ C ਆਪਸ਼ਨ
नाइट्रोजन। नेक्स्ट है विच ग्रेन इज सैड टू बी अ पुअर मैनस फूड। इस दे विचों केड़ी ग्रेन है जिसनों के पुअर मैन का फूड कहा जाता है, तो यह है रागी। तो इसका आंसर आएगा बी ऑप्शन रागी। तो इस नाल अपना एग्रीकल्चर के क्वेश्चन का सैकेंड पार्ट कंप्लीट होंदा है। इस वीडियो विच इन्ना ही। हुण आपां मिलदे हैं नैक्सट वीडियो विच। नैक्सट वीडियो विच आपां एग्रीकल्चर के क्वेश्चन कंटिन्यू करांगे। जेकर तुहानूं ये वीडियोस पसंद आन तो इन्हां लाइक ते शेयर करना ना भुल्लिओ। तो जेकर तुसीं साडे चैनल की स्टडी मीटर नूं हजे तक सबसक्राइब नहीं किया तो सबसक्राइब करो और नाल एक बैल आइकन है उसनूं जरूर दबाओ ताकि तुहानूं लेटेस्ट वीडियोज़ के नोटिफिकेशनस मिलदियां रहन। थैंक यू।